ਜਿਹੜੇ ਆਪਣੇ ਕੀਮਤੀ ਸਮਿਆਂ 'ਚੋਂ ਸਮਾਂ ਕੱਢ ਕੇ ਇੱਥੇ ਪਹੁੰਚੇ ਹੋ, ਪੰਜਾਬ ਦੇ ਨਾਲ ਖੜੇ ਹੋ, ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਗੱਜ ਕੇ ਬੁਲਾਓ ਫਤਿਹ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਨਾਰਾ ਲਾ ਰਹੇ ਸੀ ਕਿ ਮੋਦੀ ਸਰਕਾਰ ਮੁਰਦਾਬਾਦ, ਭਾਜਪਾ ਸਰਕਾਰ ਮੁਰਦਾਬਾਦ, ਪਰ ਹਜੇ ਵੀ ਜਿਹੜੀ ਸਰਕਾਰ ਕੱਲੀ ਸੈਂਟਰ ਦੇ ਵਿੱਚ ਭਾਜਪਾ ਦੀ ਨਹੀਂ, ਹਜੇ ਵੀ ਸਰਕਾਰ ਉਹ ਗੱਠਜੋੜ ਦੀ ਹੈ, ਕਿਉਂਕਿ ਬੀਬਾ ਜੀ ਨੇ ਰਿਜ਼ਾਈਨ ਕੱਲਾ ਮਿਨਿਸਟਰੀ ਤੋਂ ਦਿੱਤਾ, ਅਲਾਇੰਸ ਤਾਂ ਤੋੜਿਆ ਨਹੀਂ। ਹਜੇ ਵੀ ਜਿਹੜੀ ਸਰਕਾਰ ਆ ਉਹ ਕੱਲੀ ਭਾਜਪਾ ਹੀ ਹੈ। ਮੁਰਦਾਬਾਦ ਕੱਲੀ ਭਾਜਪਾ ਨਹੀਂ, ਕੱਲੀ ਭਾਜਪਾ ਸਰਕਾਰ ਮੁਰਦਾਬਾਦ ਹੈ। ਸੋ ਤੁਸੀਂ ਸਾਰੇ ਜਿਹੜੇ ਸਾਥੀ ਅੱਜ ਇੱਥੇ ਪਹੁੰਚੇ ਹੋ, ਤੁਹਾਡਾ ਮੈਂ ਸਾਰਿਆਂ ਦਾ ਦੁਬਾਰਾ ਧੰਨਵਾਦ ਕਰਦਾ, ਕਿਉਂਕਿ ਜਿਹੜੀ ਲੜਾਈ ਹੈ ਇਹ ਬਹੁਤ ਵੱਡੀ ਹੈ। ਇਹ ਅੱਜ ਪੰਜਾਬ ਦੀ ਹੋਂਦ ਨੂੰ ਬਚਾਉਣ ਦੀ ਲੜਾਈ ਜਿਹੜੀ ਆ ਉਹ ਬਣ ਗਈ ਹੈ। ਇਹ ਲੜਾਈ ਇਕੱਲੇ ਕਿਸਾਨਾਂ ਦੀ ਲੜਾਈ ਨਹੀਂ, ਕਿਉਂਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ। ਜਿੱਦਾਂ ਦੇ ਕਾਲੇ ਬਿੱਲ ਜਿਹੜੀ ਸੈਂਟਰ ਦੀ ਸਰਕਾਰ ਅਕਾਲੀ ਭਾਜਪਾ ਦੀ ਲੈ ਕੇ ਆਈ ਹੈ, ਇਹਨਾਂ ਨੇ ਭਰਾਵੋ ਇਕੱਲੇ ਕਿਸਾਨਾਂ ਦੀ ਪਿੱਠ ਤੇ ਛੁਰਾ ਨਹੀਂ ਮਾਰਿਆ, ਇਕੱਲੇ ਕਿਸਾਨਾਂ ਦੇ ਮੌਤ ਦੇ ਵਾਰੰਟ ਨਹੀਂ ਲਿਖੇ, ਕਿਉਂਕਿ ਕਿਸਾਨਾਂ ਦੇ ਨਾਲ ਮਜ਼ਦੂਰ ਵੀ ਜੁੜਿਆ ਹੋਇਆ, ਕਿਸਾਨਾਂ ਦੇ ਨਾਲ ਛੋਟਾ ਵਪਾਰੀ ਵੀ ਜੁੜਿਆ ਹੋਇਆ, ਕਿਸਾਨਾਂ ਦੇ ਨਾਲ ਆੜ੍ਹਤੀਆ ਵੀ ਜੁੜਿਆ ਹੋਇਆ, ਸਾਰੇ ਪੰਜਾਬ ਦੀ ਅਰਥ ਵਿਵਸਥਾ ਜੁੜੀ ਹੋਈ ਹੈ। ਕਿਉਂਕਿ ਜੇ ਕਿਸਾਨਾਂ ਦੀਆਂ ਫਸਲਾਂ ਦਾ ਮੁੱਲ ਨਾ ਮਿਲਿਆ, ਜੇ ਕਿਸਾਨਾਂ ਦੀ ਜੇਬ 'ਚ ਪੈਸੇ ਨਾ ਹੋਏ, ਤਾਂ ਉਹਨਾਂ ਨੇ ਦੁਕਾਨਾਂ ਤੇ ਆ ਕੇ ਲਾਉਣੇ। ਦੁਕਾਨਾਂ ਦਾ ਕੰਮ ਕਿੱਥੇ ਚੱਲੂਗਾ? ਮਜ਼ਦੂਰਾਂ ਦਾ ਕੰਮ ਕਿੱਥੇ ਚੱਲੂਗਾ? ਛੋਟੇ ਵਪਾਰੀਆਂ ਦਾ ਕੰਮ ਕਿੱਥੇ ਚੱਲੂਗਾ? ਆੜ੍ਹ ਕਿੱਥੋਂ ਚੱਲੂਗੀ? ਸੋ ਹੀ ਜਿਵੇਂ ਸੈਂਟਰ ਸਰਕਾਰ ਦੀ ਸ਼ੁਰੂ ਤੋਂ ਨੀਤੀ ਰਹੀ ਹੈ, ਜਦੋਂ ਕਿਸੇ ਅਦਾਰੇ ਨੂੰ ਵੇਚਣਾ ਹੋਵੇ ਤਾਂ ਕਹਿ ਦਿੰਦੇ ਆ ਜੀ ਕਿ ਤਰੱਕੀ ਕਰਾਉਣ ਲੱਗੇ ਆ। ਜਦੋਂ ਕੋਈ ਪ੍ਰਾਈਵੇਟਾਈਜੇਸ਼ਨ ਕਰਨੀ ਹੋਵੇ ਕਹਿੰਦੇ ਆ ਜੀ ਨਵੀਂ ਪਾਲਿਸੀ ਲੈ ਕੇ ਆਉਣੇ ਆ, ਹਿੰਦੁਸਤਾਨ ਦੀ ਤਰੱਕੀ ਕਰਾਉਣ ਲੱਗੇ ਆ। ਉਸੇ ਤਰ੍ਹਾਂ ਕੀਤਾ, ਕਹਿੰਦੇ ਜੀ ਕਿਸਾਨਾਂ ਦੀ ਕਮਾਈ 'ਚ ਵਾਧਾ ਕਰਨਾ, ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦੀ ਕਮਾਈ 'ਚ ਵਾਧਾ ਕਰਨਾ। ਸਾਰੇ ਸਟੇਟਸ ਨੂੰ ਤਾਂ ਪਹਿਲਾਂ ਵੀ ਐਮਐਸਪੀ ਮਿਲਦੀ ਨਹੀਂ ਸੀ। ਤੁਸੀਂ ਇੰਨਾ ਯਕੀਨ ਆ ਮੋਦੀ ਸਰਕਾਰ ਨੂੰ, ਇੰਨਾ ਯਕੀਨ ਆ ਗੱਠਜੋੜ ਦੀ ਸਰਕਾਰ ਨੂੰ ਕਿ ਇਹ ਕਾਨੂੰਨ ਬਹੁਤ ਕਿਸਾਨਾਂ ਦੇ ਹਿਤੈਸ਼ੀ ਨੇ, ਬਹੁਤ ਕਿਸਾਨਾਂ ਦੇ ਫਾਇਦੇਮੰਦ ਨੇ, ਤਾਂ ਪਹਿਲਾਂ ਹਿੰਦੁਸਤਾਨ ਦੇ 29 ਸੂਬੇ ਨੇ, ਉਹਨਾਂ ਦੇ ਵਿੱਚ ਲਾਗੂ ਕਰਕੇ ਦੇਖ ਲੈਂਦੇ। ਸਾਡੇ 2 ਸਟੇਟ ਜਿਨ੍ਹਾਂ 'ਚ ਪ੍ਰੋਕਿਉਰਮੈਂਟ ਦਾ ਸਿਸਟਮ ਇੰਨਾ ਵਧੀਆ ਚੱਲ ਰਿਹਾ ਹੈ, ਜਿਨ੍ਹਾਂ 'ਚ ਐਮਐਸਪੀ ਪੰਜਾਬ ਤੇ ਹਰਿਆਣਾ 'ਚ ਹੈਗੀ ਹੈ, ਸਾਡੇ 2 ਸੂਬਿਆਂ ਨੂੰ ਛੱਡ ਦਿੰਦੇ। ਤੁਸੀਂ ਯੂਪੀ 'ਚ ਕਰਕੇ ਦੇਖ ਲੈਂਦੇ, ਤੁਸੀਂ ਬਿਹਾਰ 'ਚ ਕਰਕੇ ਦੇਖ ਲੈਂਦੇ। ਜੇ ਉੱਥੇ ਲਾਹੇਵੰਦ ਸਾਬਤ ਹੋ ਜਾਂਦੀ, ਉੱਥੋਂ ਦੇ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜਾਂਦੀ, ਤਾਂ ਪੰਜਾਬ ਵਾਲੇ ਵੀ ਕਹਿ ਦਿੰਦੇ ਭਾਈ ਸਾਡੇ ਵੀ ਕਰ ਦਿਓ। ਪਰ ਜਿਹੜੇ ਸੂਬਿਆਂ 'ਚ ਹੋਈ, ਬਿਹਾਰ 'ਚ 2006 'ਚ ਜਿਹੜੀ ਹੈ ਐਮਐਸਪੀ ਉਹ ਬੰਦ ਹੋ ਗਈ। 2006 'ਚ ਅੱਜ ਤੁਸੀਂ ਬਿਹਾਰ 'ਚ ਜਾ ਕੇ ਦੇਖੋ ਕਿ ਉੱਥੋਂ ਦੇ ਜਿਹੜੇ ਕਿਸਾਨਾਂ ਦੀ 2006 'ਚ ਐਮਐਸਪੀ ਬੰਦ ਹੋਈ, ਉਹਨਾਂ ਦੇ ਹਾਲਾਤ ਕੀ ਹਾਲਾਤ ਨੇ ਉਹਨਾਂ ਦੇ। ਜਿਹੜੇ 5-5 7-7 ਕਿੱਲਿਆਂ ਵਾਲੇ ਜ਼ਿਮੀਂਦਾਰ ਵੀ ਨੇ, ਅੱਜ ਉਹ ਪੰਜਾਬ 'ਚ, ਅੱਜ ਉਹ ਬੰਬੇ 'ਚ, ਅੱਜ ਉਹ ਤਾਮਿਲਨਾਡੂ ਵਰਗੇ ਸੂਬਿਆਂ 'ਚ ਜਾ ਕੇ ਦਿਹਾੜੀ ਕਰਦੇ ਨੇ। ਤੇ ਇਹ ਹਾਲਾਤ ਇਹ ਪੰਜਾਬ ਦੇ ਕਰਨਾ ਚਾਹੁੰਦੇ ਆ। ਜੇ ਇੰਨਾ ਹੀ ਇਸ ਕਾਨੂੰਨ ਨਾਲ ਫਾਇਦਾ ਹੋਣਾ ਹੁੰਦਾ ਤਾਂ ਪਹਿਲਾਂ ਉਹਨਾਂ ਸੂਬਿਆਂ 'ਚ ਕਰਦੇ। ਪਰ ਜਿਵੇਂ ਅਕਾਲੋਂ ਸਾਹਿਬ ਕਹਿ ਰਹੇ ਸੀ ਕਿ ਪੰਜਾਬ ਦੀ ਤਰੱਕੀ ਇਹਨਾਂ ਤੋਂ ਝੱਲੀ ਨਹੀਂ ਜਾਂਦੀ। ਪੰਜਾਬ ਦੇ ਇੰਨੇ ਅਹਿਸਾਨ ਨੇ ਸਾਡੇ ਹਿੰਦੁਸਤਾਨ ਦੇ ਉੱਤੇ। ਕੀ ਨਹੀਂ ਕੀਤਾ ਯਾਰ ਅਸੀਂ ਹਿੰਦੁਸਤਾਨ ਦੇ ਲਈ, ਕੀ ਨਹੀਂ ਕੀਤਾ ਇਸ ਦੇਸ਼ ਦੇ ਲਈ। ਆਜ਼ਾਦੀ ਲਈ ਅਸੀਂ ਲੜੇ, ਬਾਰਡਰਾਂ ਤੇ ਗੋਲੀਆਂ ਸਭ ਤੋਂ ਵੱਧ ਸਾਡੇ ਨੌਜਵਾਨਾਂ ਨੇ ਖਾਧੀਆਂ। ਤੇ ਜਦੋਂ ਹਿੰਦੁਸਤਾਨ ਦੇ ਲੋਕਾਂ ਦਾ ਢਿੱਡ ਨਹੀਂ ਸੀ ਭਰਦਾ ਹੁੰਦਾ, ਅਸੀਂ ਗਵਾਂਢੀ ਦੇਸ਼ਾਂ ਦੇ ਅੱਗੇ ਹੱਥ ਅੜਦੇ ਹੁੰਦੇ ਸੀ। ਹਰੀ ਕ੍ਰਾਂਤੀ ਲਿਆ ਕੇ ਸਾਡੇ ਬਜ਼ੁਰਗਾਂ ਨੇ ਸਾਡੇ ਦੇਸ਼ ਨੂੰ ਆਤਮ ਨਿਰਭਰ ਕੀਤਾ। ਤੇ ਅੱਜ ਤੁਸੀਂ ਉਹਨਾਂ ਦੇ ਹੀ ਮੌਤ ਦੇ ਵਾਰੰਟ ਲਿਖਣ ਲੱਗੀ, ਸਾਡੀ ਹੋਈ ਚੁਣੀ ਹੋਈ ਸਰਕਾਰ, ਸਾਡੇ ਹੋਈ ਚੁਣੇ ਹੋਏ ਲੋਕ, ਉਹਨਾਂ ਕਿਸਾਨਾਂ ਦੇ ਹੀ ਤੁਸੀਂ ਪਿੱਠ ਛੁਰਾ ਮਾਰਨ ਲੱਗੇ, ਜਿਹਨੇ ਹਿੰਦੁਸਤਾਨ ਨੂੰ ਆਪਣੇ ਪੈਰਾਂ ਤੇ, ਜਿਹਨੇ ਭਾਰਤ ਨੂੰ ਆਪਣੇ ਪੈਰਾਂ ਤੇ ਖੜਾ ਕੀਤਾ। ਸੋ ਅੱਜ ਜਿੰਨੇ ਵੀ ਇੱਥੇ ਨੌਜਵਾਨ ਸਾਥੀ ਆਏ ਆ, ਇਹ ਭਰਾਵੋ ਇਹ ਲੜਾਈ ਅੱਜ ਸਾਨੂੰ ਨੌਜਵਾਨਾਂ ਨੂੰ ਅੱਗੇ ਹੋ ਕੇ ਲੜਨੀ ਪੈਣੀ ਹੈ। ਆ ਸਾਡੇ ਬਜ਼ੁਰਗਾਂ ਨੇ, ਇਹਨਾਂ ਨੇ ਹਰੀ ਕ੍ਰਾਂਤੀ ਲਿਆਉਣ 'ਚ ਇਹਨਾਂ ਦਾ ਯੋਗਦਾਨ ਸੀ। ਇਹ ਆਪਣੇ ਹੱਕਾਂ ਦੀ ਖਾਤਰ ਆਪਣੀ ਜਵਾਨੀ ਤੋਂ ਲੜਦੇ ਰਹੇ ਆ।
ਇਹਨਾਂ ਨੂੰ MSP ਮਿਲਦੀ ਰਹੀ ਹੈ। ਜੇ ਅੱਜ ਇਹ ਕਾਨੂੰਨ ਜੇ ਵਾਪਸ ਨਾ ਹੋਇਆ ਤਾਂ MSP ਸਾਨੂੰ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਹੀਂ ਮਿਲਣੀ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤਬਾਹ ਹੋ ਜਾਣਗੀਆਂ। ਸੋ ਇਸੇ ਕਰਕੇ ਇਹ ਮੁੱਦਾ ਕਿਸੇ ਪਾਰਟੀ ਦਾ ਨਹੀਂ, ਇਹ ਮੁੱਦਾ ਕਿਸੇ ਇੱਕ ਵਰਗ ਦਾ ਨਹੀਂ, ਇਹ ਅੱਜ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਜਿਹੜੀ ਸਾਂਝੀ ਲੜਾਈ ਹੈ ਜਿਹੜੀ ਉਹ ਲੜਨੀ ਪੈਣੀ ਹੈ। ਕੱਲ ਵੀ ਮੈਂ ਪਟਿਆਲੇ ਗਿਆ ਸੀ, ਉੱਥੇ ਅਸੀਂ ਪ੍ਰੈਸ ਕਾਨਫਰੰਸ ਕਰਕੇ ਆਏ ਹਾਂ। ਕੱਲ ਵੀ ਅਸੀਂ ਲੋਕਾਂ ਨੂੰ ਜਾਗਰੂਕ ਕੀਤਾ, ਪੰਜਾਬ ਦੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਲੋਕੋ ਇਹ ਇਕੱਠੇ ਹੋ ਕੇ ਲੜਨ ਵਾਲੀ ਲੜਾਈ ਆ। ਜਿਹੜੇ ਲੋਕ ਅੱਜ ਵੀ ਸੈਂਟਰ ਸਰਕਾਰ ਦੇ ਏਜੰਟ ਬਣ ਕੇ ਤੁਹਾਡੇ 'ਚ ਫਿਰਦੇ ਆ, ਉਹਨਾਂ ਤੋਂ ਬਚਣ ਦੀ ਲੋੜ ਹੈ। ਤੁਸੀਂ ਦੇਖੋ ਕੱਲ ਨੂੰ 25 ਤਰੀਕ ਦਾ ਸਾਰੀਆਂ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੇ ਬੰਦ ਦਾ ਐਲਾਨ ਕੀਤਾ, ਅਸੀਂ ਉਹਨਾਂ ਦਾ ਸਮਰਥਨ ਕੀਤਾ। ਸਾਰੇ ਹੀ ਜਿਹੜੇ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕ ਆ, ਜਿਹੜੇ ਸਮਝਦੇ ਆ ਕਿ ਕੀ ਰਿਜ਼ਲਟ ਨਿਕਲਣੇ ਕਾਨੂੰਨਾਂ ਦੇ, ਸਾਰੇ ਉਹਨਾਂ ਨੇ ਸਾਥ ਦਿੱਤਾ। ਭਾਵੇਂ ਵਪਾਰੀ ਨੇ, ਭਾਵੇਂ ਮਜ਼ਦੂਰ ਨੇ, ਕਿਸਾਨਾਂ ਨੂੰ ਤਾਂ ਦੇਣਾ ਹੀ ਦੇਣਾ ਸੀ। ਸਾਰੇ ਇਸ ਗੱਲ ਨੂੰ ਸਮਝਦੇ ਆ। ਸਾਰਿਆਂ ਨੇ ਐਲਾਨ ਕੀਤਾ ਵੀ ਭਾਈ ਅਸੀਂ 25 ਨੂੰ ਜਿਹੜਾ ਪੰਜਾਬ ਬੰਦ ਦਾ ਸਾਥ ਦਿੰਦੇ ਹਾਂ। ਅਸੀਂ ਵੀ ਕਿਹਾ, ਪਰ ਤੁਸੀਂ ਦੇਖੋ ਉਹੀ ਜਿਹੜੇ ਲਗਾਤਾਰ ਆ, ਸਾਡੇ ਪ੍ਰਧਾਨ ਜੀ ਨੇ ਵੀ ਗੱਲ ਕੀਤੀ, ਜਿਹੜੀ ਪਾਰਟੀ ਪਿਛਲੇ 6 ਮਹੀਨਿਆਂ ਤੋਂ ਇਹਨਾਂ ਆਰਡੀਨੈਂਸਸ ਦੀ ਹਮਾਇਤ ਕਰਦੀ ਆਉਂਦੀ ਸੀ, ਜਿਨ੍ਹਾਂ ਦੀ ਮੰਤਰੀ ਦੇ ਕੈਬਨਿਟ ਦੇ ਵਿੱਚ ਜਿੱਦਣ ਆਰਡੀਨੈਂਸਸ ਆਏ ਉਦੋਂ ਸਾਈਨ ਕੀਤੇ, ਤੇ ਉਸ ਤੋਂ ਬਾਅਦ ਲਗਾਤਾਰ ਚਾਹੇ ਸਰਬ ਪਾਰਟੀ ਮੀਟਿੰਗ ਸੀ, ਉਹਦੇ ਵਿੱਚ ਵੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਜੀ ਕਾਨੂੰਨ ਕਿਸਾਨਾਂ ਦੇ ਬੜੇ ਹਿਤੈਸ਼ੀ ਨੇ। ਲੋਕਾਂ ਨੇ ਯਕੀਨ ਨਹੀਂ ਕੀਤਾ। ਵਿਧਾਨ ਸਭਾ ਦਾ ਸੈਸ਼ਨ ਆਇਆ, ਉਦੋਂ ਵੀ ਸੈਸ਼ਨ ਦੇ ਵਿੱਚ ਤਾਂ ਨਹੀਂ ਗਏ, ਉਦੋਂ ਵੀ ਇਹਨਾਂ ਨੇ ਮੀਡੀਆ ਰਾਹੀਂ ਕਿਹਾ ਕਿ ਅਸੀਂ ਜੀ ਕਾਨੂੰਨਾਂ ਜਿਹੜੇ ਆਏ ਆ ਬਿੱਲਾਂ ਦੇ ਹੱਕ 'ਚ ਆਏ, ਕਿਸਾਨਾਂ ਦੇ ਬੜੇ ਹਿਤੈਸ਼ੀ ਨੇ। ਇਹ ਜਿਹੜੇ ਆਪੋਜੀਸ਼ਨ ਵਾਲੇ ਆ, ਜਿਹੜੇ ਕਿਸਾਨ ਲੀਡਰ ਆ, ਇਹ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਆ। ਉਸ ਤੋਂ ਬਾਅਦ ਜਦੋਂ ਫੇਰ ਵੀ ਲੋਕ ਗਾਲਾਂ ਕੱਢਣੋਂ ਨਾ ਹਟੇ ਤਾਂ ਇਹਨਾਂ ਨੇ ਬਜ਼ੁਰਗ ਪ੍ਰਕਾਸ਼ ਸਿੰਘ ਬਾਦਲ ਨੂੰ ਕਿਹਾ ਵੀ ਬਾਪੂ ਲੋਕ ਸਾਡੇ ਤੇ ਯਕੀਨ ਨਹੀਂ ਕਰਦੇ, ਸਾਡੇ ਛਿੱਤਰ ਲਾਉਂਦੇ ਆ, ਤੁਸੀਂ ਜਾ ਕੇ ਕਹੋ ਲੋਕਾਂ ਨੂੰ। 3 ਸਤੰਬਰ ਨੂੰ ਫਿਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਆ ਕੇ 5 ਵਾਰ ਦੇ ਮੁੱਖ ਮੰਤਰੀ, ਉਹਨਾਂ ਨੇ ਕਿਹਾ ਇਹ ਤਾਂ ਜੀ ਕਹਿੰਦੇ ਕਿਸਾਨਾਂ ਲਈ ਬਹੁਤ ਫਾਇਦੇਮੰਦ ਕਾਨੂੰਨ ਨੇ, ਬੜਾ ਫਾਇਦਾ ਹੋ ਜਾਣਾ ਕਿਸਾਨਾਂ ਦਾ, ਇਹ ਤਾਂ ਆਪੋਜੀਸ਼ਨ ਵਾਲੇ ਗੁੰਮਰਾਹ ਕਰਦੇ ਆ। ਪਰ ਜਦੋਂ ਫੇਰ ਲਗਾਤਾਰ ਮੈਂ ਸ਼ਲਾਘਾ ਕਰਦਾ ਕਿਸਾਨਾਂ ਦੀ, ਜਿਨ੍ਹਾਂ ਦੇ ਲਗਾਤਾਰ ਸੰਘਰਸ਼ ਆ ਜਿਹੜੇ ਜਾਰੀ ਰਹੇ, ਇਹਨਾਂ ਦੀ ਜਿਨ੍ਹਾਂ ਨੇ ਬਾਂਹ ਮਰੋੜੀ, ਫੇਰ ਜਾ ਕੇ ਇਹਨਾਂ ਨੇ ਰਿਜ਼ਾਈਨ ਕੀਤਾ। ਫੇਰ ਵੀ ਰਿਜ਼ਾਈਨ ਇਹਨਾਂ ਨੇ ਭਾਜਪਾ ਦੀ ਮਿਲੀ ਭਗਤ ਦੇ ਨਾਲ ਕੀਤਾ। ਤਾਂ ਹੀ ਉਹ ਜਿਹੜੀ ਮੈਂ ਗੱਲ ਤੋਂ ਸ਼ੁਰੂਆਤ ਕੀਤੀ ਸੀ, ਇਹਨਾਂ ਨੇ ਉਹਨਾਂ ਦੇ ਨਾਲ ਮਿਲੀ ਭਗਤ ਕਰਕੇ ਕੀਤਾ, ਕਿਉਂਕਿ ਉਹਨਾਂ ਨੇ ਕਿਹਾ ਵੀ ਪੰਜਾਬ 'ਚ ਜਿਹੜਾ ਕਿਸਾਨੀ ਗੁੱਸਾ ਹੈਗਾ, ਜਿਹੜਾ ਲੋਕਾਂ ਦਾ ਗੁੱਸਾ, ਜਿਹੜੀ ਕਿਸਾਨ ਮਜ਼ਦੂਰ ਏਕਤਾ ਦਾ ਗੁੱਸਾ, ਉਹ ਸਿਰ ਚੜ੍ਹ ਬੋਲ ਰਿਹਾ। ਵੱਡੇ ਵੱਡੇ ਉੱਥੇ ਧਰਨੇ ਲੱਗ ਰਹੇ ਆ, ਮੁਜ਼ਾਹਰੇ ਹੋ ਰਹੇ ਆ। ਅੱਜ ਪੰਜਾਬ ਦੀ ਜਵਾਨੀ ਦੁਬਾਰਾ ਉੱਠ ਖੜੀ ਹੋਈ ਹੈ। ਇਸ ਸਾਡੀ ਜਿਹੜੀ ਅਸੀਂ ਕਾਨੂੰਨ ਲੈ ਕੇ ਆਏ ਆ, ਇਹਨਾਂ ਦਾ ਜਿਹੜਾ ਸੰਘਰਸ਼ ਹੈ, ਇਹਨੂੰ ਕਮਜ਼ੋਰ ਕਰਨ ਲਈ ਸੁਖਬੀਰ ਬਾਦਲ ਜੀ ਤੁਸੀਂ ਇਹਨਾਂ ਦੇ ਵਿੱਚ ਜਾਓ। ਨਹੀਂ ਦੱਸੋ ਕਿ 25 ਤਰੀਕ ਨੂੰ ਜਦੋਂ ਸਾਰਾ ਪੰਜਾਬ ਯਾਰ ਇੱਕ ਮੰਚ ਤੇ ਇਕੱਠਾ ਹੋ ਰਿਹਾ, ਸਾਰੇ ਲੋਕ ਇੱਕ ਮੰਚ ਤੇ ਇਕੱਠੇ ਹੋ ਰਹੇ ਆ, ਇਹਨਾਂ ਨੇ ਜਿਹੜੀਆਂ ਜਥੇਬੰਦੀਆਂ ਇੰਨੇ ਟਾਈਮ ਤੋਂ ਲੜਾਈ ਲੜ ਰਹੀਆਂ, ਜਿਹੜੀਆਂ ਜਥੇਬੰਦੀਆਂ ਮਈ ਤੋਂ ਕਹਿੰਦੀਆਂ ਆਉਣੀਆਂ ਵੀ ਓਏ ਕਾਨੂੰਨ ਜਿਹੜੇ ਇਹ ਨੇ ਪੰਜਾਬ ਨੂੰ ਤਬਾਹ ਕਰ ਦੇਣਗੇ, ਤੁਸੀਂ 6 ਮਹੀਨੇ ਉਹਨਾਂ ਦੇ ਨਾਲ ਜਿੱਦੇ ਰਹੇ ਵੀ ਕਾਨੂੰਨ ਚੰਗੇ ਆ, ਤੇ ਅੱਜ ਉਹਨਾਂ ਜਥੇਬੰਦੀਆਂ ਨੇ ਜਿਹੜੀਆਂ ਨੇ 25 ਨੂੰ ਬੰਦ ਦਾ ਐਲਾਨ ਕੀਤਾ, ਤੁਸੀਂ ਉਹਨਾਂ ਦੇ ਬਰਾਬਰ ਆ ਕੇ ਆਪਦਾ ਧਰਨਾ ਰੱਖ ਲਿਆ। ਅਸੀਂ ਜੀ ਕੀ ਕਰਾਂਗੇ, ਚੱਕਾ ਜਾਮ ਕਰਾਂਗੇ। ਵੀ 25 ਨੂੰ ਤਾਂ ਚੱਕਾ ਜਾਮ ਪਹਿਲੇ ਕਿਸਾਨਾਂ ਨੇ ਕਰਨਾ, ਤੁਸੀਂ ਕਿਹੜਾ ਚੱਕਾ ਜਾਮ ਕਰੋਗੇ। ਇਹ ਸਿਰਫ ਤੇ ਸਿਰਫ ਜਿਹੜੀ ਇੱਕ ਮੂਵਮੈਂਟ ਚੱਲੀ ਆ, ਜਿਹੜਾ ਇੱਕ ਰੋਹ ਲੋਕਾਂ ਦੇ ਵਿੱਚ ਆ, ਜਿਹੜੇ ਇੱਕ ਅੱਜ ਸਾਰੇ ਲੋਕ ਇਕੱਠੇ ਹੋਏ ਆ, ਉਹਨਾਂ ਦੀ ਜਿਹੜੀ ਲੜਾਈ ਆ ਉਹਨੂੰ ਫੇਲ ਕਰਨ ਦੇ ਲਈ, ਲੋਕਾਂ ਨੂੰ ਪਾੜਨ ਦੇ ਲਈ ਅੱਜ ਵੀ ਸੁਖਬੀਰ ਬਾਦਲ ਭਾਜਪਾ ਦਾ ਏਜੰਟ ਬਣ ਕੇ ਜਿਹੜਾ ਉਹ ਆਇਆ ਪੰਜਾਬ ਦੇ ਵਿੱਚ। ਅਸੀਂ ਕੱਲ ਵੀ ਲੋਕਾਂ ਨੂੰ ਬੇਨਤੀ ਕੀਤੀ ਸੀ ਕਿ ਲੋਕੋ ਇਹਨਾਂ ਦੀਆਂ ਚਾਲਾਂ ਚ ਨਾ ਆਓ, ਬੜੀਆਂ ਲੂੰਬੜ ਚਾਲਾਂ ਚੱਲਣਗੇ। ਪਹਿਲਾਂ ਵੀ ਇਹ ਜਦੋਂ ਵੀ ਕਦੇ ਪੰਜਾਬ ਦੇ ਲੋਕ ਇਕੱਠੇ ਹੁੰਦੇ ਆ, ਪਹਿਲਾਂ ਵੀ ਜਿਹੜੀ ਸੈਂਟਰ ਸਰਕਾਰ ਹੈ, ਜਿਹੜੀਆਂ ਮੋਦੀ ਵਰਗੀਆਂ ਜਿਹੜੀਆਂ ਸਰਕਾਰਾਂ ਨੇ, ਉਹ ਲੋਕਾਂ ਨੂੰ ਪਾੜਨ ਦੇ ਲਈ ਇਦਾਂ ਦੀਆਂ ਨੀਤੀਆਂ, ਇਦਾਂ ਦੇ ਏਜੰਟ ਆਪਦੇ ਭੇਜਦੀਆਂ ਰਹਿੰਦੀਆਂ। ਹੁਣ ਵੀ ਉਹਨਾਂ ਨੂੰ ਭੇਜਿਆ। ਸੋ ਅੱਜ ਆਪਾਂ ਨੂੰ ਇਹਨਾਂ ਦੀਆਂ ਚਾਲਾਂ ਤੋਂ ਬਚਣ ਦੀ ਜ਼ਰੂਰਤ ਹੈ। ਇਹ ਲੜਾਈ, ਜਿਵੇਂ ਸਾਡੇ ਪਹਿਲਾਂ ਸਾਥੀਆਂ ਨੇ ਕਿਹਾ, ਇਹ ਲੜਾਈ ਕਿਸੇ ਇੱਕ ਪਾਰਟੀ ਦੀ ਲੜਾਈ ਨਹੀਂ। ਅੱਜ ਸਾਰਿਆਂ ਨੂੰ ਆਪਾਂ ਨੂੰ ਇਕੱਠੇ ਹੋ ਕੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਜਿਹੜਾ ਲੜਾਈ ਹੈ ਜਿਹੜੀ ਉਹ ਲੜਨੀ ਪੈਣੀ ਆ। ਸੋ ਅੱਜ ਦਾ ਸਾਡਾ ਧਰਨਾ ਵੀ ਇਸੇ ਸੰਬੰਧ ਦੇ ਵਿੱਚ ਸੀ ਕਿ ਅਸੀਂ ਜਿਹੜਾ ਕਿਸਾਨ ਜਥੇਬੰਦੀਆਂ ਜਿਹੜੀਆਂ ਕੱਲ ਨੂੰ ਪੰਜਾਬ ਨੂੰ ਬੰਦ ਕਰ ਰਹੀਆਂ ਨੇ, ਅਸੀਂ ਉਹਨਾਂ ਦੇ ਨਾਲ ਆ।
ਅਸੀਂ ਉਹਨਾਂ ਦੇ ਨਾਲ ਆ। ਸਾਨੂੰ ਸਾਰਿਆਂ ਨੂੰ ਉਹਨਾਂ ਦੇ ਨਾਲ ਖੜਨਾ ਚਾਹੀਦਾ, ਕਿਉਂਕਿ ਅੱਜ ਸਾਰਿਆਂ ਦੀ, ਕਿਸਾਨਾਂ ਦੀ, ਮਜ਼ਦੂਰਾਂ ਦੀ, ਛੋਟੇ ਵਪਾਰੀਆਂ ਦੀ, ਸਾਡੀ ਸਾਰਿਆਂ ਦੀ ਜਿਹੜੀ ਸਾਂਝੀ ਇਹ ਲੜਾਈ ਹੈ। ਤੇ ਤੁਹਾਨੂੰ ਵੀ ਮੇਰੀ ਬੇਨਤੀ ਹੈ ਕਿ ਲੜਾਈ ਜਿੰਨਾ ਟਾਈਮ ਵੀ ਮਰਜ਼ੀ ਲੰਬੀ ਚੱਲੇ, ਇਹਨੂੰ ਅਸੀਂ ਠੰਡੀ ਨਹੀਂ ਪੈਣ ਦੇਣਾ, ਕਿਉਂਕਿ ਭਰਾਵੋ ਇਹ ਬਹੁਤ ਸਾਡੇ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਪੁੱਛਣਗੀਆਂ ਕਿ ਸਾਡੇ ਬਜ਼ੁਰਗਾਂ ਨੂੰ ਫਸਲਾਂ ਦੇ ਰੇਟ ਮਿਲਦੇ ਰਹੇ। ਉਹ ਜਾ ਕੇ ਜੀਰੀ ਚ ਜਾ ਕੇ ਕਣਕ ਮੰਡੀ ਸਿੱਟ ਦਿੰਦੇ ਸੀ, ਉਸ ਤੋਂ ਬਾਅਦ ਉਹ ਸਰਕਾਰ ਦੀ ਹੁੰਦੀ ਸੀ, ਸਰਕਾਰ ਦਾ ਫਿਕਰ ਹੁੰਦਾ ਸੀ ਵੀ ਪੈਸੇ ਜਿਹੜੇ ਆ ਉਹ ਜ਼ਿਮੀਂਦਾਰ ਨੂੰ ਦੇਣੇ। ਸਾਨੂੰ ਸਵਾਲ ਕਰਨਗੀਆਂ ਜੇ ਕਾਨੂੰਨ ਲਾਗੂ ਹੋ ਗਏ ਕਿ ਬਾਪੂ ਉਦੋਂ ਤੁਸੀਂ ਕਿੱਥੇ ਸੀ, ਤੁਸੀਂ ਸੰਘਰਸ਼ ਕਿਉਂ ਨਹੀਂ ਕੀਤਾ, ਅੱਜ ਕਿਵੇਂ ਸੈਂਟਰ ਸਰਕਾਰ ਧੱਕੇ ਦੇ ਨਾਲ ਕਰ ਗਈ। ਸੋ ਸਾਨੂੰ ਲੜਾਈ ਜਿੰਨੀ ਮਰਜ਼ੀ ਲੰਬੀ ਹੋ ਜੇ, ਸਾਨੂੰ ਇਹ ਸਾਰਿਆਂ ਨੂੰ ਇਕੱਠੇ ਹੋ ਕੇ ਸਾਨੂੰ ਦੁਬਾਰਾ ਪਾੜਨ ਦੀਆਂ ਕੋਸ਼ਿਸ਼ਾਂ ਹੋਣਗੀਆਂ, ਪਰ ਸਾਨੂੰ ਸਾਰਿਆਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਾਨੂੰ ਇਕੱਠੇ ਹੋ ਕੇ ਜਿਹੜੀ ਇਹ ਲੜਾਈ ਲੜਨੀ ਪੈਣੀ ਹੈ, ਕਿਉਂਕਿ ਇਹ ਪੰਜਾਬ ਨੂੰ ਬਚਾਉਣ ਦਾ ਮਸਲਾ ਹੈ। ਕਿਉਂਕਿ ਜੇ ਇੱਥੇ ਪ੍ਰਾਈਵੇਟ ਕੰਪਨੀਆਂ ਜਿੱਦਾਂ ਦੀਆਂ ਅੰਬਾਨੀ ਅਡਾਨੀ ਵਰਗੀਆਂ, ਤੁਸੀਂ ਸਾਰਿਆਂ ਨੇ ਉਦਾਹਰਨਾਂ ਸੁਣੀਆਂ ਹੋਣੀਆਂ ਨੇ ਜੀਓ ਵਾਲੀਆਂ, ਹੁਣ ਤਾਂ ਆਹ ਕਾਲੀ ਵੀ ਸੁਣਾਉਣ ਲੱਗ ਗਏ, ਕਾਲੀ ਵੀ ਸੁਣਾਉਣ ਲੱਗ ਗਿਆ ਜੀਓ ਵਾਲੀਆਂ ਉਦਾਹਰਨਾਂ ਵੀ, ਕਿਵੇਂ ਜੀਓ ਪਹਿਲਾਂ ਮੁਫਤ ਆ ਕੇ ਉਹਨੇ ਸਿਮ ਵੰਡੇ, ਉਦੋਂ ਬਾਅਦ ਜਦੋਂ ਸਾਰੀਆਂ ਦੂਜੀਆਂ ਕੰਪਨੀਆਂ ਵਿੱਚੋਂ ਨਿਕਲੀਆਂ ਫੇਰ ਆ ਕੇ ਹੁਣ ਉਹਨਾਂ ਨੇ ਪੈਸੇ ਲੈਣੇ ਸ਼ੁਰੂ ਕਰ ਦਿੱਤੇ। ਹੁਣ ਤਾਂ ਇਹ ਵੀ ਸੁਣਾਉਣ ਲੱਗ ਗਏ। ਸਭ ਨੂੰ ਪਤਾ ਨੇ ਤਾਂ, ਸਭ ਨੂੰ ਪਤਾ ਹੈ ਵੀ ਜਿਹੜੀ ਇਹ ਕਹਿੰਦੇ ਆ ਕੰਟਰੈਕਟ ਫਾਰਮਿੰਗ ਜਦੋਂ ਆਈ, ਮੈਂ ਦੱਸਦਾ ਉਹਦੇ ਚ ਨਾ ਉਹਨਾਂ ਨੇ ਵੀ ਸਾਡੇ ਪਿੰਡਾਂ 'ਚ ਆਮ ਹੋਇਆ। ਇਹ ਕਹਿੰਦੇ ਆ ਜੀ ਅੰਬਾਨੀ ਅਡਾਨੀ ਵਰਗੇ ਆ ਕੇ ਇੱਥੇ ਸਮਝੌਤੇ ਕਰਨਗੇ। ਮੈਨੂੰ ਦੱਸੋ, ਆਮ ਸਾਡੇ ਪਿੰਡਾਂ 'ਚ ਸਾਡੇ ਵੈਸੇ ਹੀ ਆ ਤਕੜੇ ਦਾ 70 ਵੀ 100 ਹੁੰਦਾ। ਕੋਰਟ 'ਚ ਕਹਿੰਦੇ ਜ਼ਿਮੀਂਦਾਰ ਜਾ ਨਹੀਂ ਸਕਦਾ। ਇੱਕ ਪਾਸੇ 2 ਕਿੱਲੇ ਵਾਲਾ ਜ਼ਿਮੀਂਦਾਰ ਹੈ, ਇੱਕ ਪਾਸੇ ਅੰਬਾਨੀ ਹੈ। ਕੋਰਟ 'ਚ ਉਹ ਜਾ ਨਹੀਂ ਸਕਦਾ, ਉਹਦੀ ਐਸਡੀਐਮ ਕੋਲੇ ਪੇਸ਼ੀ ਹੈ। ਮੈਨੂੰ ਦੱਸੋ ਵੀ 2 ਕਿੱਲੇ ਵਾਲੇ ਦੀ ਐਸਡੀਐਮ ਕੋਲੇ ਅੰਬਾਨੀਆਂ ਦੇ ਸਾਹਮਣੇ ਕੌਣ ਪੁੱਛੂਗਾ? ਕਰ ਦੂ ਐਸਡੀਐਮ ਉਹਦੇ ਹੱਕ 'ਚ ਫੈਸਲਾ 2 ਕਿੱਲੇ ਵਾਲੇ ਦੇ। ਮੈਂ ਕਹਿਣਾ ਛੋਟੇ ਜ਼ਿਮੀਂਦਾਰ ਦੇ ਤਾਂ ਨਾ, ਕਿਉਂਕਿ ਜਦੋਂ ਉਹਨਾਂ ਨੇ ਆ ਕੇ ਇੱਥੇ ਸਰਕਾਰੀ ਸਿਸਟਮ ਜਦੋਂ ਫੇਲ ਹੋ ਗਿਆ, ਮੰਡੀਆਂ ਫੇਲ ਹੋ ਗਈਆਂ, ਐਮਐਸਪੀ ਤੇ ਜਦੋਂ ਸਰਕਾਰ ਚੱਕਣੋਂ ਹਟ ਗਈ, ਉਹਨਾਂ ਨੇ ਆ ਕੇ ਵੱਡੇ 50-50 100-100 ਕਿੱਲਿਆਂ ਆਲੇ ਨਾਲ ਕੰਟਰੈਕਟ ਕਰ ਲੈਣਾਗਾ। ਜਿਹੜੀਆਂ ਕੰਪਨੀਆਂ ਨੇ ਉਹ ਵੱਡੇ ਜ਼ਿਮੀਂਦਾਰ ਦੇ ਦਿਆ ਕਰਨਗੇ, ਪਰ ਜਿਹੜਾ ਛੋਟਾ ਜ਼ਿਮੀਂਦਾਰ ਹੋਊ ਨਾ ਉਹਦੇ ਕੋਲੇ ਮੰਡੀ ਬਚਣੀ ਆ, ਨਾ ਉਹਦੇ ਕੋਲ ਉਹ ਕੰਪਨੀਆਂ ਲੈਣੀਆਂ। ਉਹਨੂੰ ਮਜਬੂਰਨ ਆਪਦੀ ਜਿਹੜੀ ਜ਼ਮੀਨ ਹੈ ਉਹ ਹੋ ਸਕਦਾ ਵੱਡੇ ਜ਼ਿਮੀਂਦਾਰ ਨੂੰ ਵੇਚਣੀ ਪੈ ਜਾਵੇ। ਤੇ 90% 95% ਸਾਡੇ ਹੈਗੇ ਛੋਟੇ ਜ਼ਿਮੀਂਦਾਰ ਨੇ, ਤੇ ਵੱਡੇ ਜ਼ਿਮੀਂਦਾਰ ਨੂੰ ਵੀ ਕੋਈ ਬਹੁਤੇ ਪੈਸੇ ਨਹੀਂ ਮਿਲਣੇ, ਐਮਐਸਪੀ ਜਿੰਨੇ ਨਹੀਂ ਮਿਲਣੇ। ਹੋ ਸਕਦਾ ਆ 2-3 ਸਾਲ ਇਹ ਐਮਐਸਪੀ ਤੋਂ ਜ਼ਿਆਦਾ ਵੀ ਦੇ ਦੇਣ। ਕਾਹਦੇ ਲਈ? ਕਿਉਂਕਿ ਸਰਕਾਰੀ ਜਿਹੜੀ ਸਾਡੀਆਂ ਮੰਡੀਆਂ ਨੇ ਉਹਨਾਂ ਨੂੰ ਫੇਲ ਕਰਨ ਦੇ ਲਈ ਅੱਜ 44-4500 ਕਰੋੜ ਰੁਪਇਆ ਮੰਡੀ ਬੋਰਡ ਨੂੰ ਆਉਂਦਾ। ਤੇ ਜਦੋਂ 2 ਸਾਲ ਪ੍ਰਾਈਵੇਟ ਪਲੇਅਰਾਂ ਨੇ ਆ ਕੇ ਇੱਥੇ ਮੰਡੀ ਬੋਰਡ ਨਾਲੋਂ ਸਾਡੀ ਐਮਐਸਪੀ ਨਾਲੋਂ ਜ਼ਿਆਦਾ ਪੈਸੇ ਦਿੱਤੇ ਤਾਂ ਸਾਰਿਆਂ ਨੇ ਉਧਰ ਨੂੰ ਚਲੇ ਜਾਣਾ। ਤੇ ਜਦੋਂ 2 ਸਾਲ ਮੰਡੀਆਂ ਦੇ ਵਿੱਚ ਕਣਕ ਝੋਨਾ ਨਾ ਆਇਆ ਤਾਂ ਸਾਰਾ ਸਿਸਟਮ ਕਲੈਪਸ ਕਰ ਜੂ, ਮੰਡੀ ਬੋਰਡ ਖਤਮ ਹੋ ਜੂਗਾ। ਤੇ ਜਦੋਂ ਮੰਡੀ ਬੋਰਡ ਖਤਮ ਹੋ ਗਿਆ, ਜਿਵੇਂ ਮੱਕੀ ਦਾ ਹੁਣ ਇਹ 600 ਰੁਪਏ ਨੂੰ 800 ਰੁਪਏ ਨੂੰ ਕਹਿੰਦੇ ਆ ਨਾ, ਉਦੋਂ ਹੀ ਕਹਿ ਦੇਣਗੇ ਮੰਡੀ ਬੋਰਡ ਜਦੋਂ ਖਤਮ ਹੋ ਗਿਆ ਵੀ ਭਾਈ ਹੁਣ ਝੋਨੇ ਦਾ ਬਿਹਾਰ ਵਾਂਗੂ 800 ਰੁਪਇਆ ਦਿੰਨੇ ਆ, ਲੈਣਾ ਹੈਗਾ। ਤੇ 800 ਰੁਪਏ ਨੂੰ ਹੀ ਸਾਰੇ ਪੰਜਾਬ ਦਾ ਝੋਨਾ ਖਰੀਦ ਕੇ ਅੰਬਾਨੀ ਵਰਗਾ ਉਹੀ ਮੁੜ ਕੇ ਚੌਲ ਸਾਨੂੰ 2000 ਰੁਪਏ ਨੂੰ ਦਿਆ ਕਰ। ਇਹ ਕਰਨਾ ਇਹਨਾਂ ਨੇ। ਸੋ ਮੇਰੀ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਆਪਾਂ ਕੱਲ ਦੇ ਸਮਰਥਨ ਲਈ ਜਿਹੜਾ ਕਿਸਾਨ ਜਥੇਬੰਦੀਆਂ ਪ੍ਰੋਟੈਸਟ ਕਰ ਰਹੀਆਂ ਉਹਨਾਂ ਦੇ ਲਈ ਇਕੱਤਰ ਹੋਏ ਆ। ਸਾਨੂੰ ਸਾਰਿਆਂ ਨੂੰ ਪਤਾ ਲੜਾਈ ਕੀ ਹੈ। ਸੋ ਅਸੀਂ ਸਾਰਿਆਂ ਨੇ ਕੱਲ ਨੂੰ ਕਿਤੇ ਵੀ ਜਿੱਥੇ ਵੀ ਧਰਨੇ ਲੱਗਣਗੇ, ਅਸੀਂ ਸਾਰਿਆਂ ਨੇ ਉਹਦੇ ਵਿੱਚ ਕਿਸਾਨ ਤੌਰ ਤੇ, ਮਜ਼ਦੂਰ ਤੌਰ ਤੇ, ਪੰਜਾਬ ਦੇ ਵਾਸੀ ਹੋਣ ਦੇ ਨਾਤੇ ਅਸੀਂ ਸਾਰਿਆਂ ਨੇ ਉਹਨਾਂ ਦੇ ਵਿੱਚ ਸ਼ਮੂਲੀਅਤ ਕਰਨੀ ਹੈ। ਮੈਂ ਵੀ ਅੱਜ ਤੁਹਾਡੇ ਵਿੱਚ ਬਤੌਰ ਐਮਐਲਏ ਨਹੀਂ, ਇੱਕ ਕਿਸਾਨ ਦਾ, ਇੱਕ ਜ਼ਿਮੀਂਦਾਰ ਪਰਿਵਾਰ ਨਾਲ ਸੰਬੰਧ ਹੋਣ ਰੱਖ ਕੇ ਇੱਕ ਕਿਸਾਨ ਦਾ ਪੁੱਤ ਬਣ ਕੇ ਮੈਂ ਤੁਹਾਡੇ 'ਚ ਖੜਾ। ਤੇ ਮੈਂ ਤੁਹਾਡੇ ਤੋਂ ਵੀ ਉਮੀਦ ਕਰਦਾ ਕਿ ਕੱਲ ਨੂੰ ਤੁਸੀਂ ਸਾਰੇ ਪਾਰਟੀ ਵਾਈਜ਼ ਤੋਂ ਉੱਠ ਕੇ ਸਾਰੇ ਧਰਨੇ ਸ਼ਮੂਲੀਅਤ ਕਰਨੀ ਹੈ। ਕੱਲ ਨੂੰ ਨਹੀਂ, ਜਿੰਨਾ ਟਾਈਮ ਵੀ ਇਹ ਸੰਘਰਸ਼ ਜਿਹੜਾ ਚੱਲਦਾ ਰਹੂਗਾ, ਅਸੀਂ ਲਗਾਤਾਰ ਸਾਰੇ ਧਰਨਿਆਂ 'ਚ ਤੁਹਾਡੇ ਪਿੰਡ 'ਚ ਲੱਗ ਰਿਹਾ, ਕਿਸੇ ਹਾਈਵੇ ਤੇ ਲੱਗ ਰਿਹਾ, ਜ਼ਿਲ੍ਹਾ ਪੱਧਰ ਤੇ ਲੱਗ ਰਿਹਾ, ਪੰਜਾਬ ਪੱਧਰ ਤੇ ਲੱਗ ਰਿਹਾ, ਸਾਨੂੰ ਦਿੱਲੀ ਕੂਚ ਕਰਨਾ ਪਵੇ, ਅਸੀਂ ਜਿੰਨਾ ਟਾਈਮ ਵੀ ਜਿਹੜਾ ਸਾਂਝਾ ਮੋਰਚਾ ਇਕੱਠਾ ਚੱਲਦਾ ਰਹੂਗਾ, ਅਸੀਂ ਉਹਦੇ ਵਿੱਚ ਸਾਰਿਆਂ ਨੇ ਜਿਹੜੀ ਹੈ ਸ਼ਮੂਲੀਅਤ ਕਰਨੀ ਹੈ। ਸੋ ਅਸੀਂ ਕਿਉਂਕਿ ਕੱਲ ਦੇ ਬੰਦ ਲਈ ਅੱਜ ਇੱਥੇ ਇਕੱਠੇ ਹੋਏ ਆ ਤਖਤੀਆਂ ਲੈ ਕੇ, ਅਸੀਂ ਸਾਰਿਆਂ ਨੇ ਹੁਣ
ਆ ਫਲਾਈਓਵਰ ਦੇ ਆਪਾਂ ਸਾਈਡਾਂ ਤੇ ਖੜਨਾ, ਵਿਚਾਲੇ ਕਿਸੇ ਨੇ ਹੋ ਕੇ ਟ੍ਰੈਫਿਕ ਜਾਮ ਨਹੀਂ ਕਰਨੀ। ਆਪਾਂ ਥੋੜਾ ਸਮਾਂ ਲਈ ਜਿੰਨਾ ਵੀ ਹੋ ਸਕਿਆ ਉੱਤੇ ਖੜ ਕੇ ਲੋਕਾਂ ਨੂੰ ਕੱਲ੍ਹ ਦੇ ਵਕਤ ਦੀ ਜਿਹੜੀ ਆ ਉਹ ਅਪੀਲ ਕਰਨੀ ਆ। ਸਾਰੇ ਸਾਥੀ ਆਪਾਂ ਹੁਣ ਆ ਫਲਾਈਓਵਰ ਤੇ ਦੋਨੋਂ ਸਾਈਡਾਂ ਤੇ ਆਪਾਂ ਖੜਾਂਗੇ, ਉੱਤੇ ਚੱਲਾਂਗੇ। ਜਿੰਨਾ ਟਾਈਮ ਵੀ ਹੋਇਆ ਆਪਾਂ ਉੱਥੇ ਇਕੱਠੇ ਹੋ ਕੇ ਸਾਰਿਆਂ ਨੇ ਖੜਨਾ, ਜ਼ਿਆਦਾ ਲੰਬਾ ਨਹੀਂ ਕਰਦੇ। ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਸਾਰੇ ਉੱਥੇ ਜਿਹੜੇ ਇੱਥੋਂ ਡਿਸਿਪਲਨ ਦੇ ਨਾਲ ਬਿਨਾਂ ਟ੍ਰੈਫਿਕ ਨੂੰ ਵਿਘਨ ਪਾਏ ਆਪਾਂ ਸਾਰੇ ਉੱਤੇ ਚੱਲਾਂਗੇ। ਸੋ ਤੁਹਾਡਾ ਸਾਰਿਆਂ ਦਾ ਤੁਸੀਂ ਇੱਥੇ ਪਹੁੰਚੇ ਹੋ, ਦੁਬਾਰਾ ਬਹੁਤ ਬਹੁਤ ਧੰਨਵਾਦ। ਤੇ ਉਮੀਦ ਕਰਦਾ ਕਿ ਆਪਾਂ ਸਾਰੇ ਇਸੇ ਤਰ੍ਹਾਂ ਇਕੱਠੇ ਹੋ ਕੇ ਜਿਹੜੀ ਆ ਲੜਾਈ ਹੈ ਲੜਦੇ ਰਹਾਂਗੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਸਾਥੀਆਂ ਨੂੰ ਬੇਨਤੀ ਹੈ ਵੀ ਚਾਹ ਦਾ ਲੰਗਰ ਹੈ, ਚਾਹ ਪੀ ਕੇ ਫਿਰ ਉਸ ਤੋਂ ਬਾਅਦ